ਮੇਰਾ ਨਾਂ ਆਇਸ਼ਾ ਹੈ ਅਤੇ ਮੇਰੀ ਉਮਰ 20 ਸਾਲ ਹੈ। ਮੇਰੀ ਮੰਮੀ ਹਮੇਸ਼ਾ ਮੇਰੀ ਸੱਸ ਨੂੰ ਕੋਸਦੀ ਰਹਿੰਦੀ ਅਤੇ ਕਹਿੰਦੀ ਰਹਿੰਦੀ ਕਿ ਮੇਰੀ ਫੁੱਲਾਂ ਵਰਗੀ ਧੀ ਦਾ ਕੀ ਹਾਲ ਕਰ ਦਿੱਤਾ ਹੈ। ਰੱਬ ਉਸ ਨੂੰ ਵੀ ਦੇਖੇਗਾ, ਤੂੰ ਦੇਖੀ ਉਸ ਦਾ ਕੀ ਹਾਲ ਹੋਵੇਗਾ। ਮੈਨੂੰ ਆਪਣੀ ਮੰਮੀ ਦੀਆਂ ਗੱਲਾਂ 'ਤੇ ਬਹੁਤ ਗੁੱਸਾ ਆਉਂਦਾ ਕਿਉਂਕਿ ਮੇਰੀ ਸੱਸ ਬਹੁਤ ਚੰਗੀ ਸੀ। ਉਹਨਾਂ ਨੇ ਮੇਰੀ ਜ਼ਿੰਦਗੀ ਸਵਰਗ ਬਣਾ ਦਿੱਤੀ ਸੀ। ਮੈਂ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਸੋਹਣੀ ਸੁਨੱਖੀ ਹੋ ਗਈ ਸੀ। ਮੇਰੀ ਸੱਸ ਹਰ ਹਫ਼ਤੇ ਮੈਨੂੰ ਬਾਜ਼ਾਰ ਲੈ ਕੇ ਜਾਂਦੀ ਸੀ ਅਤੇ ਹਜ਼ਾਰਾਂ ਰੁਪਏ ਦੀ ਸ਼ਾਪਿੰਗ ਕਰਵਾਉਂਦੀ ਸੀ। ਫਿਰ ਮੇਰੀ ਮੰਮੀ ਪਤਾ ਨਹੀਂ ਮੇਰੀ ਸੱਸ ਨੂੰ ਕਿਉਂ ਬਦਦੁਆਵਾਂ ਦਿੰਦੀ ਸੀ। ਇੱਕ ਦਿਨ ਮੈਂ ਆਪਣੀ ਸਹੇਲੀ ਨਾਲ ਬਾਜ਼ਾਰ ਚਲੀ ਗਈ ਅਤੇ ਉਸੇ ਦੁਕਾਨ 'ਤੇ ਗਈ ਜਿੱਥੋਂ ਮੇਰੀ ਸੱਸ ਮੈਨੂੰ ਸ਼ਾਪਿੰਗ ਕਰਵਾਉਂਦੀ ਸੀ। ਦੁਕਾਨਦਾਰ ਨੇ ਮੈਨੂੰ ਇਕੱਲੀ ਦੇਖ ਕੇ ਰੋਂਦੇ ਹੋਏ ਮੇਰੇ ਪੈਰ ਫੜ ਲਏ ਅਤੇ ਮੇਰੇ ਤੋਂ ਮਾफ़ੀ ਮੰਗਣ ਲੱਗਿਆ ਅਤੇ ਕਹਿਣ ਲੱਗਿਆ, ਤੂੰ ਮੇਰੀ ਧੀਆਂ ਵਰਗੀ ਹੈ। ਮੈਂ ਤੇਰੇ ਨਾਲ ਜੋ ਕੁਝ ਵੀ ਕੀਤਾ ਸੀ ਉਹ ਤੇਰੀ ਸੱਸ ਦੇ ਕਹਿਣ 'ਤੇ ਕੀਤਾ ਸੀ ਕਿਉਂਕਿ ਉਹ ਮੈਨੂੰ ਇਸ ਕੰਮ ਦੇ ਬਹੁਤ ਪੈਸੇ ਦਿੰਦੀ ਸੀ। ਦੁਕਾਨਦਾਰ ਦੇ ਕਹਿਣ 'ਤੇ ਮੈਂ ਕਮੀਜ਼ ਚੁੱਕ ਕੇ ਦੇਖਿਆ ਤਾਂ ਮੇਰੀ ਜਾਨ ਨਿਕਲ ਗਈ। ਮੇਰੀ ਸੱਸ ਨੇ ਤਾਂ ਜਦੋਂ ਮੇਰਾ ਰਿਸ਼ਤਾ ਬਹੁਤ ਅਮੀਰ ਘਰ ਵਿੱਚ ਹੋਇਆ ਤਾਂ ਸਾਰੇ ਖਾਨਦਾਨ ਦੀਆਂ ਕੁੜੀਆਂ ਮੇਰੇ ਤੋਂ ਚਿੜਨ ਲੱਗੀਆਂ ਅਤੇ ਕਹਿਣ ਲੱਗੀਆਂ, ਇਹ ਸਭ ਕੁਝ ਬਸ 4 ਦਿਨਾਂ ਦੀ ਚਾਂਦਨੀ ਹੈ। ਅਤੇ ਫਿਰ ਹਨੇਰੀ ਰਾਤ ਜਦੋਂ ਮੈਂ ਨਹਾ ਧੋ ਕੇ ਨੀਲੇ ਰੰਗ ਦਾ ਜੋੜਾ ਪਾ ਕੇ ਆਪਣੇ ਗੋਰੇ ਗੋਰੇ ਹੱਥਾਂ ਵਿੱਚ ਚੂੜੀਆਂ ਚੜ੍ਹਾ ਰਹੀ ਸੀ ਤਾਂ ਮੇਰੀ ਭੂਆ ਦੀ ਕੁੜੀ ਸਲਮਾ ਮੇਰੇ ਕੋਲ ਆ ਗਈ ਅਤੇ ਮੈਨੂੰ ਦੇਖ ਕੇ ਕਹਿਣ ਲੱਗੀ, ਅੱਜ ਫਿਰ ਤੈਨੂੰ ਤੇਰੀ ਸੱਸ ਬਾਜ਼ਾਰ ਲੈ ਕੇ ਜਾ ਰਹੀ ਹੈ। ਮੈਨੂੰ ਉਸਦੇ ਬੋਲਣ ਦੇ ਲਹਿਜੇ ਵਿੱਚ ਜਲਨ ਮਹਿਸੂਸ ਹੋ ਰਹੀ ਸੀ। ਮੈਨੂੰ ਹਾਸਾ ਆਉਣ ਲੱਗਿਆ ਅਤੇ ਮੈਂ ਉਸਨੂੰ ਕਿਹਾ, ਮੇਰੀ ਸੱਸ ਮੈਨੂੰ ਬਾਜ਼ਾਰ ਲੈ ਕੇ ਜਾ ਰਹੀ ਹੈ, ਇਸ ਵਿੱਚ ਇੰਨਾ ਜਲਣ ਵਾਲੀ ਕਿਹੜੀ ਗੱਲ ਹੈ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਤੇਰੀ ਸੱਸ ਤੈਨੂੰ ਹਰ ਹਫ਼ਤੇ ਦਿੱਲੀ ਦੇ ਵੱਡੇ ਬਾਜ਼ਾਰਾਂ ਵਿੱਚ ਹੀ ਸ਼ਾਪਿੰਗ ਕਰਵਾਉਣ ਲਈ ਕਿਉਂ ਲੈ ਕੇ ਜਾਂਦੀ ਹੈ। ਸਾਡੇ ਸ਼ਹਿਰਾਂ ਵਿੱਚ ਬਾਜ਼ਾਰਾਂ ਦੀ ਕਮੀ ਹੋ ਗਈ ਹੈ ਜੋ ਤੈਨੂੰ ਸ਼ਾਪਿੰਗ ਕਰਨ ਲਈ ਦਿੱਲੀ ਜਾਣਾ ਪੈਂਦਾ ਹੈ। ਮੈਂ ਸਮਝ ਚੁੱਕੀ ਸੀ ਕਿ ਉਹ ਮੇਰੇ ਤੋਂ ਬਹੁਤ ਜਲ ਰਹੀ ਹੈ, ਇਸ ਲਈ ਮੈਂ ਜ਼ੋਰ ਨਾਲ ਹੱਸਣ ਲੱਗੀ ਅਤੇ ਕਹਿਣ ਲੱਗੀ, ਉਹਨਾਂ ਕੋਲ ਪੈਸਾ ਹੈ, ਉਹਨਾਂ ਦੀ ਮਰਜ਼ੀ ਹੈ, ਉਹ ਮੈਨੂੰ ਜਿੱਥੇ ਚਾਹੇ ਲੈ ਕੇ ਜਾਣ, ਤੈਨੂੰ ਕੀ ਦਿੱਕਤ ਹੈ। ਮੇਰੀ ਸੱਸ ਮੈਨੂੰ ਆਪਣੀ ਵੱਡੀ ਗੱਡੀ ਵਿੱਚ ਦਿੱਲੀ ਲੈ ਕੇ ਜਾਂਦੀ ਸੀ ਅਤੇ ਪੂਰੀ ਦਿੱਲੀ ਦੀ ਸੈਰ ਕਰਵਾਉਂਦੀ ਸੀ ਅਤੇ ਨਾਲ ਹੀ ਮਹਿੰਗੀ ਤੋਂ ਮਹਿੰਗੀ ਸ਼ਾਪਿੰਗ ਵੀ ਕਰਵਾਉਂਦੀ ਸੀ। ਉਹ ਮੈਨੂੰ ਉੱਥੋਂ ਦੇ ਸਭ ਤੋਂ ਮਹਿੰਗੇ ਰੈਸਟੋਰੈਂਟ ਵਿੱਚ ਖਾਣਾ ਖਿਲਾਉਂਦੀ ਸੀ। ਮੈਨੂੰ ਭਲਾ ਕੀ ਇਤਰਾਜ਼ ਹੋ ਸਕਦਾ ਸੀ। ਮੈਂ ਤਾਂ ਉਹਨਾਂ ਦਾ ਪਿਆਰ ਦੇਖ ਕੇ ਬਹੁਤ ਖੁਸ਼ ਹੋ ਜਾਂਦੀ ਸੀ ਅਤੇ ਰੱਬ ਨੂੰ ਅਰਦਾਸ ਕਰਦੀ ਹਾਂ ਕਿ ਰੱਬ ਮੈਨੂੰ ਦੂਜਿਆਂ ਦੀਆਂ ਨਜ਼ਰਾਂ ਤੋਂ ਬਚਾਵੇ। ਮੈਂ ਆਪਣੇ ਆਪ ਨੂੰ ਫਿਰ ਇੱਕ ਵਾਰ ਸ਼ੀਸ਼ੇ ਵਿੱਚ ਦੇਖਣ ਲੱਗੀ ਅਤੇ ਇਹ ਸੂਟ ਵੀ ਮੇਰੀ ਸੱਸ ਨੇ ਹੀ ਮੈਨੂੰ ਦਵਾਇਆ ਸੀ ਜੋ ਬਹੁਤ ਮਹਿੰਗਾ ਸੀ ਅਤੇ ਮੇਰੇ ਉੱਪਰ ਬਹੁਤ ਜੱਚ ਰਿਹਾ ਸੀ। ਜਦੋਂ ਮੈਂ ਤਿਆਰ ਹੋ ਕੇ ਕਮਰੇ ਵਿੱਚੋਂ ਨਿਕਲੀ ਤਾਂ ਮੇਰੀ ਸੱਸ ਮੈਨੂੰ ਲੈਣ ਲਈ ਆ ਚੁੱਕੀ ਸੀ। ਮੈਂ ਉਹਨਾਂ ਦੇ ਪੈਰੀਂ ਹੱਥ ਲਾਏ ਤਾਂ ਉਹ ਬਹੁਤ ਦੁਆਵਾਂ ਦੇਣ ਲੱਗੀ। ਹਾਲੇ ਤਾਂ ਮੈਂ ਉਹਨਾਂ ਦੇ ਘਰ ਵੀ ਨਹੀਂ ਗਈ ਸੀ ਅਤੇ ਉਹ ਮੈਨੂੰ ਇੰਨਾ ਪਿਆਰ ਕਰਨ ਲੱਗੀ ਸੀ ਕਿ ਮੈਂ ਆਪ ਵੀ ਹੈਰਾਨ ਰਹਿ ਜਾਂਦੀ ਸੀ। ਮੇਰੀ ਸੱਸ ਮੈਨੂੰ ਕਹਿਣ ਲੱਗੀ, ਚੱਲ ਡਰਾਈਵਰ ਬਾਹਰ ਇੰਤਜ਼ਾਰ ਕਰ ਰਿਹਾ ਹੈ। ਜਦੋਂ ਮੈਂ ਆਪਣੀ ਮੰਮੀ ਵੱਲ ਦੇਖਿਆ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉਤਰਿਆ ਹੋਇਆ ਸੀ। ਉਹਨਾਂ ਨੇ ਬਹੁਤ ਹੌਲੀ ਆਵਾਜ਼ ਵਿੱਚ ਮੈਨੂੰ ਜਾਣ ਲਈ ਕਿਹਾ ਅਤੇ ਮੈਂ ਆਪਣੀ ਸੱਸ ਨਾਲ ਬਾਹਰ ਨਿਕਲ ਆਈ। ਕੁਝ ਦੇਰ ਬਾਅਦ ਅਸੀਂ ਦਿੱਲੀ ਦੇ ਬਹੁਤ ਵੱਡੇ ਬਾਜ਼ਾਰ ਵਿੱਚ ਪਹੁੰਚ ਗਏ ਸੀ। ਸ਼ਾਪਿੰਗ ਦੇ ਨਾਮ ਤੋਂ ਮੈਂ ਇੰਨਾ ਖੁਸ਼ ਹੋ ਜਾਂਦੀ ਸੀ ਕਿ ਮੈਨੂੰ ਆਪਣੀ ਮੰਮੀ ਦਾ ਉਤਰਿਆ ਹੋਇਆ ਚਿਹਰਾ ਅਤੇ ਬਦਲੀ ਹੋਈ ਆਵਾਜ਼ ਵੀ ਨਜ਼ਰ ਨਹੀਂ ਆਉਂਦੀ ਸੀ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੇਰੀ ਸੱਸ ਨੇ ਮੈਨੂੰ ਬਹੁਤ ਮਹਿੰਗੇ ਕੱਪੜੇ ਅਤੇ ਗਹਿਣੇ ਦਿਵਾਏ ਅਤੇ ਜਦੋਂ ਅਸੀਂ ਹੋਟਲ ਵਿੱਚ ਖਾਣਾ ਖਾ ਰਹੇ ਸੀ ਤਾਂ ਮੇਰੀ ਸੱਸ ਮੈਨੂੰ ਕਹਿਣ ਲੱਗੀ, ਜਦੋਂ ਆਪਾਂ ਅਗਲੀ ਵਾਰ ਸ਼ਾਪਿੰਗ ਕਰਨ ਆਵਾਂਗੇ ਤਾਂ ਤੂੰ ਇਹ ਕੱਪੜੇ ਪਾ ਕੇ ਆਈ। ਮੈਂ ਹੈਰਾਨੀ ਨਾਲ ਆਪਣੀ ਸੱਸ ਵੱਲ ਦੇਖਣ ਲੱਗੀ ਅਤੇ ਸੋਚਣ ਲੱਗੀ ਕਿ ਇੰਨੇ ਮਹਿੰਗੇ ਕੱਪੜੇ ਪਾ ਕੇ ਸ਼ਾਪਿੰਗ 'ਤੇ ਆਉਣ ਦੀ ਕੀ ਜ਼ਰੂਰਤ ਹੈ। ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਸੀ ਕਿਉਂਕਿ ਅਮੀਰ ਲੋਕਾਂ ਦੇ ਆਪਣੇ ਹੀ ਤੌਰ ਤਰੀਕੇ ਹੁੰਦੇ ਹਨ, ਇਸ ਲਈ ਉਹ ਜਿਵੇਂ ਕਹਿੰਦੀ ਸੀ ਮੈਂ ਉਸੇ ਤਰ੍ਹਾਂ ਹੀ ਕਰਦੀ ਰਹਿੰਦੀ ਸੀ। ਮੇਰੀ ਸੱਸ ਆਪ ਵੀ ਬਹੁਤ ਜ਼ਿਆਦਾ ਮਾਡਰਨ ਸੀ ਅਤੇ ਉਹ ਆਪ ਵੀ ਬਹੁਤ ਤਿਆਰ ਹੋ ਕੇ ਸ਼ਾਪਿੰਗ ਕਰਨ ਜਾਂਦੀ ਸੀ। ਸ਼ਾਪਿੰਗ ਤੋਂ ਫ੍ਰੀ ਹੋਣ ਤੋਂ ਬਾਅਦ ਮੇਰੀ ਸੱਸ ਮੈਨੂੰ ਦਿੱਲੀ ਦੇ ਵੱਡੇ ਰੈਸਟੋਰੈਂਟ ਵਿੱਚ ਲਿਜਾ ਕੇ ਖਾਣਾ ਖਵਾਉਂਦੀ ਸੀ ਕਿਉਂਕਿ ਉਹਨਾਂ ਨੂੰ ਆਪ ਵੀ ਖਾਣਾ ਖਾਣ ਦਾ ਬਹੁਤ ਸ਼ੌਂਕ ਸੀ। ਦਿੱਲੀ ਦੇ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਸੀ। ਉਹ ਦੁਕਾਨ ਵਾਲਾ ਵੀ ਸਾਨੂੰ ਬਹੁਤ ਚੰਗੀ ਤਰ੍ਹਾਂ ਪਛਾਣ ਗਿਆ ਸੀ, ਇਸ ਲਈ ਸਾਨੂੰ ਦੇਖਦੇ ਹੀ ਉਹ ਸਾਡੇ ਲਈ ਖਾਣ ਪੀਣ ਦੀਆਂ ਚੀਜ਼ਾਂ ਮੰਗਵਾ ਦਿੰਦਾ ਸੀ।
ਖਾਣਾ ਖਾਣ ਤੋਂ ਬਾਅਦ ਮੈਂ ਬਹੁਤ ਥੱਕ ਚੁੱਕੀ ਸੀ, ਇਸ ਲਈ ਮੇਰੀ ਸੱਸ ਕਹਿਣ ਲੱਗੀ, ਬਹੁਤ ਦੇਰ ਹੋ ਗਈ ਹੈ, ਇਸ ਲਈ ਹੁਣ ਘਰ ਚੱਲਦੇ ਹਾਂ। ਮੈਂ ਆਰਾਮ ਨਾਲ ਕਾਰ ਵਿੱਚ ਬੈਠ ਕੇ ਅੱਖਾਂ ਬੰਦ ਕਰ ਲਈਆਂ ਅਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਘਰ ਪਹੁੰਚ ਗਈ। ਘਰ ਆਉਣ 'ਤੇ ਜਦੋਂ ਗੱਡੀ ਰੁਕੀ ਤਾਂ ਮੇਰੀ ਸੱਸ ਨੇ ਮੈਨੂੰ ਆਵਾਜ਼ ਮਾਰੀ ਅਤੇ ਕਹਿਣ ਲੱਗੀ, ਆਇਸ਼ਾ ਬੇਟਾ ਚੱਲ ਤੇਰਾ ਘਰ ਆ ਗਿਆ ਹੈ। ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਦੇਖਿਆ ਮੈਂ ਸੱਚਮੁੱਚ ਹੀ ਘਰ ਦੇ ਦਰਵਾਜ਼ੇ ਨੇੜੇ ਪਹੁੰਚ ਚੁੱਕੀ ਸੀ। ਮੈਨੂੰ ਤਾਂ ਰਸਤੇ ਦਾ ਪਤਾ ਹੀ ਨਹੀਂ ਚੱਲਿਆ ਸੀ। ਮੈਂ ਸਾਰਾ ਸਮਾਨ ਚੁੱਕਿਆ ਅਤੇ ਗੱਡੀ ਵਿੱਚੋਂ ਉਤਰਨ ਲੱਗੀ ਤਾਂ ਮੇਰੀ ਸੱਸ ਨੇ ਕਿਹਾ ਕਿ ਅਗਲੀ ਵਾਰ ਸ਼ਾਪਿੰਗ 'ਤੇ ਜਾਣ ਲਈ ਇਸ ਤੋਂ ਵੀ ਜ਼ਿਆਦਾ ਤਿਆਰ ਹੋ ਕੇ ਆਈ। ਤੂੰ ਇਹਨਾਂ ਕੱਪੜਿਆਂ ਵਿੱਚ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ। ਆਪਣੀ ਸੱਸ ਦੀ ਗੱਲ ਸੁਣ ਕੇ ਮੈਨੂੰ ਸ਼ਰਮ ਆ ਗਈ। ਉਹ ਮੇਰੀ ਇੰਨੀ ਖੁੱਲ੍ਹ ਕੇ ਤਾਰੀਫ ਕਰਦੀ ਸੀ ਕਿ ਮੈਂ ਸੋਚਦੀ ਸੀ ਕਿ ਮੈਂ ਕਿੰਨੀ ਕਿਸਮਤ ਵਾਲੀ ਹਾਂ ਜੋ ਮੈਨੂੰ ਇੰਨਾ ਪਿਆਰ ਕਰਨ ਵਾਲੀ ਸੱਸ ਮਿਲੀ ਹੈ। ਨਹੀਂ ਤਾਂ ਲੋਕ ਸੱਸਾਂ ਬਾਰੇ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਬਣਾਉਂਦੇ ਹਨ। ਮੈਨੂੰ ਤਾਂ ਵਿਆਹ ਦੇ ਨਾਮ ਤੋਂ ਵੀ ਡਰ ਲੱਗਦਾ ਸੀ। ਮੇਰੀ ਸਹੇਲੀ ਵੀ ਆਪਣੀ ਸੱਸ ਦੀਆਂ ਬਹੁਤ ਬੁਰਾਈਆਂ ਕਰਦੀ ਰਹਿੰਦੀ ਸੀ, ਪਰ ਮੇਰੀ ਸੱਸ ਤਾਂ ਵਿਆਹ ਤੋਂ ਪਹਿਲਾਂ ਹੀ ਮੇਰਾ ਬਹੁਤ ਖਿਆਲ ਰੱਖਦੀ ਸੀ। ਮੈਂ ਆਪਣੇ ਹੋਣ ਵਾਲੇ ਪਤੀ ਨੂੰ ਬਸ ਇੱਕ ਵਾਰ ਹੀ ਦੇਖਿਆ ਸੀ ਅਤੇ ਉਹ ਵੀ ਫੋਟੋ ਵਿੱਚ, ਪਰ ਮੇਰੀ ਸੱਸ ਨਾਲ ਮੇਰੀ ਮੁਲਾਕਾਤ ਹਰ ਹਫ਼ਤੇ ਹੁੰਦੀ ਰਹਿੰਦੀ ਸੀ। ਸ਼ੁਰੂ ਵਿੱਚ ਤਾਂ ਮੇਰੇ ਲਈ ਇਹ ਸਭ ਕੁਝ ਬਹੁਤ ਅਜੀਬ ਸੀ, ਪਰ ਹੁਣ ਮੈਨੂੰ ਆਦਤ ਹੋ ਗਈ ਸੀ। ਮੈਂ ਥੱਕੀ ਹਾਰੀ ਸਮਾਨ ਚੁੱਕ ਕੇ ਜਦੋਂ ਘਰ ਅੰਦਰ ਆਈ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੈਂ ਕੋਈ 6-7 ਘੰਟੇ ਬਾਅਦ ਘਰ ਆਈ ਸੀ। ਮੈਂ ਸਾਰੇ ਸ਼ਾਪਿੰਗ ਬੈਗ ਆਪਣੇ ਕਮਰੇ ਵਿੱਚ ਰੱਖੇ ਅਤੇ ਮੰਮੀ ਦੇ ਕਮਰੇ ਵਿੱਚ ਚਲੀ ਗਈ। ਮੰਮੀ ਪੂਜਾ ਕਰ ਰਹੀ ਸੀ ਅਤੇ ਰੋਂਦੀ ਹੋਈ ਦੁਆ ਕਰ ਰਹੀ ਸੀ ਕਿ ਹੇ ਪ੍ਰਮਾਤਮਾ, ਮੇਰੀ ਧੀ ਨੂੰ ਕਦੇ ਵੀ ਸੱਚਾਈ ਦਾ ਪਤਾ ਨਾ ਚੱਲੇ। ਹੇ ਰੱਬਾ, ਮੈਨੂੰ ਮਾफ़ ਕਰ ਦੇ। ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋਈ। ਜਦੋਂ ਮੈਂ ਮੰਮੀ ਨੂੰ ਪਿੱਛੇ ਤੋਂ ਆਵਾਜ਼ ਮਾਰੀ ਤਾਂ ਉਹ ਚੁੱਪ ਹੋ ਗਈ ਅਤੇ ਆਪਣੇ ਹੰਝੂ ਪੁੰਝਣ ਲੱਗੀ ਅਤੇ ਕਹਿਣ ਲੱਗੀ, ਚਲੀ ਗਈ ਤੇਰੀ ਮਨਹੂਸ ਸੱਸ। ਮਰਜਾਣੀ ਨੇ ਮੇਰੀ ਫੁੱਲਾਂ ਵਰਗੀ ਧੀ ਦਾ ਕੀ ਹਾਲ ਕਰ ਦਿੱਤਾ ਹੈ। ਮੈਨੂੰ ਆਪਣੀ ਮੰਮੀ ਦੀਆਂ ਗੱਲਾਂ 'ਤੇ ਬਹੁਤ ਗੁੱਸਾ ਆਉਂਦਾ। ਮੇਰੀ ਸੱਸ ਤਾਂ ਬਹੁਤ ਚੰਗੀ ਸੀ। ਜੇਕਰ ਉਹਨਾਂ ਨੂੰ ਮੇਰੀ ਸੱਸ ਇੰਨੀ ਹੀ ਬੁਰੀ ਲੱਗਦੀ ਸੀ ਤਾਂ ਉਹਨਾਂ ਨੇ ਮੇਰਾ ਰਿਸ਼ਤਾ ਹੀ ਕਿਉਂ ਕੀਤਾ ਸੀ। ਪਰ ਮੇਰੇ ਇਹਨਾਂ ਸਵਾਲਾਂ ਦਾ ਮੰਮੀ ਵੱਲੋਂ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਸੀ। ਉਹ ਬਸ ਇੰਨਾ ਕਹਿੰਦੀ, ਮੇਰੀ ਬੱਚੀ ਤੂੰ ਥੱਕ ਗਈ ਹੋਵੇਂਗੀ, ਜਾ ਕੇ ਆਰਾਮ ਕਰ ਲੈ। ਮੈਂ ਮੰਮੀ ਨੂੰ ਪੁੱਛਿਆ, ਤੁਸੀਂ ਰੱਬ ਅੱਗੇ ਕੀ ਦੁਆਵਾਂ ਕਰ ਰਹੇ ਸੀ? ਅਜਿਹੀ ਕਿਹੜੀ ਗੱਲ ਹੈ ਜੋ ਮੈਨੂੰ ਪਤਾ ਨਹੀਂ ਲੱਗਣੀ ਚਾਹੀਦੀ? ਮੰਮੀ ਘਬਰਾ ਗਈ ਅਤੇ ਕਹਿਣ ਲੱਗੀ, ਕੁਝ ਨਹੀਂ, ਬਸ ਤੇਰੇ ਹੱਕ ਵਿੱਚ ਰੱਬ ਤੋਂ ਦੁਆਵਾਂ ਮੰਗਦੀ ਸੀ। ਤੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਤੈਨੂੰ ਤਾਂ ਪਤਾ ਹੀ ਹੈ ਆਪਣੇ ਰਿਸ਼ਤੇਦਾਰ ਤੇਰੇ ਇਸ ਰਿਸ਼ਤੇ ਬਾਰੇ ਕਿਹੋ ਜਿਹੀਆਂ ਗੱਲਾਂ ਕਰਦੇ ਹਨ। ਮੈਂ ਮੰਮੀ ਦੇ ਗਲ ਲੱਗ ਗਈ ਅਤੇ ਉਹਨਾਂ ਨੂੰ ਦੱਸਣ ਲੱਗੀ ਕਿ ਮੇਰੀ ਸੱਸ ਨੇ ਅੱਜ ਮੈਨੂੰ ਕਿੰਨੀ ਮਹਿੰਗੀ ਸ਼ਾਪਿੰਗ ਕਰਵਾਈ ਹੈ। ਫਿਰ ਮੈਂ ਮੰਮੀ ਨੂੰ ਆਪਣੇ ਕਮਰੇ ਵਿੱਚ ਲਿਜਾ ਕੇ ਸਾਰੀਆਂ ਚੀਜ਼ਾਂ ਦਿਖਾਉਣ ਲੱਗੀ। ਉਹ ਚੁੱਪਚਾਪ ਮੇਰਾ ਸਮਾਨ ਦੇਖਦੀ ਰਹੀ ਅਤੇ ਫਿਰ ਮੇਰੇ ਚਿਹਰੇ ਦੀ ਖੁਸ਼ੀ ਨੂੰ ਦੇਖ ਕੇ ਹੌਲੀ ਜਿਹੀ ਮੁਸਕਰਾਉਣ ਲੱਗੀ। ਪਤਾ ਨਹੀਂ ਕਿਉਂ ਮੈਨੂੰ ਉਹਨਾਂ ਦੀ ਮੁਸਕਰਾਹਟ ਵਿੱਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਹੁੰਦਾ ਹੈ। ਮੰਮੀ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਮੈਨੂੰ ਬਹੁਤ ਥਕਾਨ ਮਹਿਸੂਸ ਹੋ ਰਹੀ ਸੀ, ਇਸ ਲਈ ਮੈਂ ਵੀ ਸੌਂ ਗਈ। ਮੇਰੀਆਂ ਬਾਕੀ ਭੈਣਾਂ ਉੱਪਰ ਛੱਤ 'ਤੇ ਸਨ, ਇਸ ਲਈ ਨੀਚੇ ਬਹੁਤ ਸ਼ਾਂਤੀ ਸੀ। ਉਂਝ ਵੀ ਮੇਰੀ ਮੰਮੀ ਮੇਰੀਆਂ ਭੈਣਾਂ ਨੂੰ ਮੇਰੀ ਸੱਸ ਦੇ ਸਾਹਮਣੇ ਨਹੀਂ ਆਉਣ ਦਿੰਦੀ ਸੀ ਅਤੇ ਨਾ ਹੀ ਮੈਨੂੰ ਆਪਣਾ ਸ਼ਾਪਿੰਗ ਵਾਲਾ ਸਮਾਨ ਆਪਣੀਆਂ ਭੈਣਾਂ ਨੂੰ ਦਿਖਾਉਣ ਦੀ ਇਜਾਜ਼ਤ ਸੀ, ਕਿਉਂਕਿ ਮੰਮੀ ਕਹਿੰਦੀ ਸੀ ਕਿ ਕਿਤੇ ਅਜਿਹਾ ਨਾ ਹੋਵੇ ਤੇਰੀਆਂ ਭੈਣਾਂ ਦਾ ਦਿਲ ਦੁਖੇ ਅਤੇ ਉਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਉਹਨਾਂ ਕੋਲ ਇਹ ਸਭ ਕੁਝ ਨਹੀਂ ਹੈ। ਇਸ ਲਈ ਮੈਂ ਆਪਣੀਆਂ ਭੈਣਾਂ ਨੂੰ ਆਪਣਾ ਖਰੀਦਿਆ ਹੋਇਆ ਸਮਾਨ ਨਹੀਂ ਦਿਖਾਉਂਦੀ ਸੀ, ਬਲਕਿ ਉਹਨਾਂ ਨੂੰ ਉਹ ਚੀਜ਼ਾਂ ਦੇ ਦਿੰਦੀ ਸੀ ਜੋ ਮੇਰੀ ਸੱਸ ਨੇ ਮੈਨੂੰ ਉਹਨਾਂ ਲਈ ਦਵਾਈਆਂ ਹੁੰਦੀਆਂ ਸਨ। ਮੈਂ ਬਿਸਤਰ 'ਤੇ ਲੇਟ ਕੇ ਆਪਣੇ ਪਤੀ ਦੇ ਸੁਪਨੇ ਦੇਖਣ ਲੱਗੀ। ਮੇਰਾ ਹੋਣ ਵਾਲਾ ਪਤੀ ਅਸਲਮ ਦੂਜੇ ਦੇਸ਼ ਵਿੱਚ ਰਹਿੰਦਾ ਸੀ ਅਤੇ ਉਹ ਉੱਥੇ ਹੀ ਕੰਮ ਕਰਦਾ ਸੀ। ਉਹ ਇੱਕ ਪੜ੍ਹਿਆ ਲਿਖਿਆ ਸੋਹਣਾ ਮੁੰਡਾ ਸੀ। ਉਸ ਨੂੰ ਕੋਈ ਵੀ ਕੁੜੀ ਆਸਾਨੀ ਨਾਲ ਮਿਲ ਸਕਦੀ ਸੀ, ਪਰ ਸ਼ਾਇਦ ਰੱਬ ਨੇ ਉਸ ਨੂੰ ਮੇਰੇ ਹੀ ਨਸੀਬ ਵਿੱਚ ਲਿਖਿਆ ਸੀ। ਮੇਰਾ ਰਿਸ਼ਤਾ ਇੱਕ ਵੱਡੇ ਬੰਗਲੇ ਵਿੱਚ ਰਹਿਣ ਵਾਲੀ ਔਰਤ ਨੇ ਕਰਵਾਇਆ ਸੀ, ਜਿੱਥੇ ਮੰਮੀ ਕੰਮ ਕਰਦੀ ਸੀ। ਮੈਂ ਆਪਣੇ ਮੰਗੇਤਰ ਦੀ ਸਿਰਫ ਫੋਟੋ ਹੀ ਦੇਖੀ ਸੀ। ਸ਼ੁਰੂ ਵਿੱਚ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਮੰਮੀ ਨੇ ਇੰਨੇ ਅਮੀਰ ਲੋਕਾਂ ਨਾਲ ਮੇਰਾ ਰਿਸ਼ਤਾ ਕਰ ਦਿੱਤਾ ਹੈ, ਪਤਾ ਨਹੀਂ ਉਹ ਕਿਹੋ ਜਿਹੇ ਹੋਣਗੇ। ਪਰ ਜਦੋਂ ਮੈਂ ਆਪਣੀ ਹੋਣ ਵਾਲੀ ਸੱਸ ਨੂੰ ਮਿਲੀ ਤਾਂ ਉਹਨਾਂ ਦਾ ਸੁਭਾਅ ਅਤੇ ਪਿਆਰ ਦੇਖ ਕੇ ਮੈਂ ਹੈਰਾਨ ਰਹਿ ਗਈ। ਸਾਡੇ ਘਰ ਦੇ ਹਾਲਾਤ ਬਿਲਕੁਲ ਵੀ ਚੰਗੇ ਨਹੀਂ ਸਨ, ਕਿਉਂਕਿ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਮੰਮੀ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਸੀ
ਅਸੀਂ 4 ਭੈਣਾਂ ਸੀ ਅਤੇ ਮੈਂ ਹੀ ਸਭ ਤੋਂ ਵੱਡੀ ਸੀ। ਮੰਮੀ ਬਹੁਤ ਮੁਸ਼ਕਿਲ ਨਾਲ ਸਾਡਾ ਪੇਟ ਪਾਲ ਰਹੀ ਸੀ। ਮੇਰੇ ਲਈ ਕਿਸੇ ਚੰਗੇ ਘਰ ਦਾ ਰਿਸ਼ਤਾ ਆਉਣਾ ਮੁਮਕਿਨ ਹੀ ਨਹੀਂ ਸੀ। ਇੱਕ ਦਿਨ ਮੇਰੀ ਮੰਮੀ ਨੇ ਮੈਨੂੰ ਦੱਸਿਆ ਕਿ ਵੱਡੇ ਬੰਗਲੇ ਵਾਲੀ ਔਰਤ ਇੱਕ ਵਧੀਆ ਰਿਸ਼ਤਾ ਦੱਸ ਰਹੀ ਹੈ ਅਤੇ ਉਹ ਲੋਕ ਸਾਡੇ ਘਰ ਆਉਣ ਵਾਲੇ ਹਨ। ਤਾਂ ਮੈਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਘਰ ਕੰਮ ਕਰਨ ਵਾਲੇ ਕਿਸੇ ਨੌਕਰ ਦਾ ਰਿਸ਼ਤਾ ਹੋਵੇਗਾ। ਪਰ ਜਦੋਂ ਇੱਕ ਵੱਡੀ ਸਾਰੀ ਕਾਲੇ ਰੰਗ ਦੀ ਗੱਡੀ ਸਾਡੇ ਦਰਵਾਜ਼ੇ ਕੋਲ ਆ ਕੇ ਰੁਕੀ ਅਤੇ ਮੇਰੀ ਹੋਣ ਵਾਲੀ ਸੱਸ ਗੱਡੀ ਵਿੱਚੋਂ ਉਤਰ ਕੇ ਜਦੋਂ ਸਾਡੇ ਘਰ ਦੇ ਅੰਦਰ ਆਈ ਤਾਂ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਹੈਰਾਨ ਰਹਿ ਗਈ, ਕਿਉਂਕਿ ਉਹਨਾਂ ਨੂੰ ਦੇਖ ਕੇ ਤਾਂ ਇੰਜ ਲੱਗਦਾ ਸੀ ਜਿਵੇਂ ਉਹ ਬਹੁਤ ਵੱਡੇ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੀ ਹੈ। ਮੈਨੂੰ ਦੇਖ ਕੇ ਉਹਨਾਂ ਨੇ ਮੇਰੇ ਹੱਥ ਤੇ 2-2 ਹਜ਼ਾਰ ਦੇ ਕਈ ਨੋਟ ਰੱਖ ਦਿੱਤੇ ਅਤੇ ਰਿਸ਼ਤਾ ਪੱਕਾ ਕਰ ਦਿੱਤਾ। ਮੈਨੂੰ ਤਾਂ ਆਪਣੀ ਕਿਸਮਤ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ ਅਤੇ ਮੰਮੀ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹਨਾਂ ਨੇ ਮੈਨੂੰ ਗਲ ਨਾਲ ਲਗਾਇਆ ਅਤੇ ਕਹਿਣ ਲੱਗੀ, ਮੈਂ ਇਹ ਫੈਸਲਾ ਸਾਡੇ ਸਭ ਦੇ ਹੱਕ ਵਿੱਚ ਕੀਤਾ ਹੈ। ਤੂੰ ਕਦੇ ਵੀ ਆਪਣੀ ਮਾਂ ਨਾਲ ਕੋਈ ਸ਼ਿਕਾਇਤ ਨਾ ਰੱਖੀ ਅਤੇ ਹਮੇਸ਼ਾ ਖੁਸ਼ ਰਹੀਂ। ਮੈਨੂੰ ਆਪਣੀ ਮੰਮੀ ਦੀਆਂ ਅਜੀਬੋ-ਗਰੀਬ ਗੱਲਾਂ ਸਮਝ ਨਹੀਂ ਆ ਰਹੀਆਂ ਸਨ। ਇੰਨੇ ਵੱਡੇ ਘਰ ਵਿੱਚੋਂ ਆਏ ਰਿਸ਼ਤੇ ਨੂੰ ਭਲਾ ਮੈਂ ਕਿਉਂ ਨਾ ਸਵੀਕਾਰ ਕਰਦੀ। ਅਤੇ ਫਿਰ ਅਸਲਮ ਦੀ ਫੋਟੋ ਦੇਖ ਕੇ ਤਾਂ ਮੈਂ ਆਪਣਾ ਦਿਲ ਹੀ ਹਾਰ ਬੈਠੀ ਸੀ। ਮੇਰੀ ਸੱਸ ਨੇ ਮੇਰੇ ਨਾਲ ਮੇਰੀਆਂ ਛੋਟੀਆਂ ਭੈਣਾਂ ਦੇ ਹੱਥਾਂ ਵਿੱਚ ਵੀ ਬਹੁਤ ਸਾਰੇ ਪੈਸੇ ਦਿੱਤੇ। ਉਹ ਮੈਨੂੰ ਜਦੋਂ ਵੀ ਸ਼ਾਪਿੰਗ ਕਰਵਾਉਣ ਲੈ ਕੇ ਜਾਂਦੀ ਤਾਂ ਮੇਰੀਆਂ ਭੈਣਾਂ ਲਈ ਵੀ ਕੁਝ ਨਾ ਕੁਝ ਜ਼ਰੂਰ ਦਿਵਾਉਂਦੀ। ਸੱਚ ਕਹਾਂ ਤਾਂ ਇਸ ਰਿਸ਼ਤੇ ਨੇ ਸਾਡੇ ਘਰ ਦੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਸਨ। ਮੰਮੀ ਨੇ ਹੁਣ ਦੂਜਿਆਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਵੀ ਬੰਦ ਕਰ ਦਿੱਤਾ ਸੀ। ਮੇਰੀ ਸੱਸ ਹੀ ਸਾਡੇ ਘਰ ਵਿੱਚ ਇੰਨਾ ਕੁਝ ਲੈ ਕੇ ਆਉਂਦੀ ਸੀ ਕਿ ਕੰਮ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਸੀ। ਪਰ ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿ ਮੇਰੀ ਮੰਮੀ ਨੇ ਹੀ ਮੇਰਾ ਰਿਸ਼ਤਾ ਤੈਅ ਕੀਤਾ ਸੀ ਅਤੇ ਉਹ ਹੀ ਮੇਰੀ ਸੱਸ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਸੀ। ਇਹੀ ਸੋਚਦੇ ਮੈਨੂੰ ਨੀਂਦ ਆ ਗਈ ਅਤੇ ਸਵੇਰੇ ਮੇਰੀ ਅੱਖ ਉਸ ਵੇਲੇ ਖੁੱਲ੍ਹੀ ਜਦੋਂ ਮੇਰੇ ਕਾਲਜ ਜਾਣ ਦਾ ਸਮਾਂ ਹੋ ਗਿਆ ਸੀ। ਉਂਝ ਤਾਂ ਮੈਂ 12ਵੀਂ ਕਰਕੇ ਪੜ੍ਹਾਈ ਛੱਡ ਦਿੱਤੀ ਸੀ, ਪਰ ਜਦੋਂ ਮੇਰਾ ਰਿਸ਼ਤਾ ਹੋਇਆ ਸੀ ਤਾਂ ਮੇਰੀ ਸੱਸ ਨੇ ਪੜ੍ਹਾਈ ਲਈ ਮੈਨੂੰ ਮਜਬੂਰ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਵੱਡੇ ਲੋਕਾਂ ਵਿੱਚ ਉੱਠਣ ਬੈਠਣ ਲਈ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਅਤੇ ਉਹਨਾਂ ਦੀ ਗੱਲ ਠੀਕ ਵੀ ਸੀ, ਕਿਉਂਕਿ ਜਦੋਂ ਮੈਂ ਉਹਨਾਂ ਨਾਲ ਵੱਡੀਆਂ ਦੁਕਾਨਾਂ ਵਿੱਚ ਜਾਂਦੀ ਸੀ ਤਾਂ ਉੱਥੇ ਕੰਮ ਕਰਨ ਵਾਲੀਆਂ ਕੁੜੀਆਂ ਵੀ ਇੰਗਲਿਸ਼ ਵਿੱਚ ਹੀ ਸਵਾਲ ਜਵਾਬ ਕਰਦੀਆਂ ਸਨ। ਇਸ ਲਈ ਮੈਂ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਲਿਆ ਅਤੇ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਮੈਂ ਜਲਦੀ ਤਿਆਰ ਹੋ ਕੇ ਕਾਲਜ ਪਹੁੰਚੀ ਤਾਂ ਪਤਾ ਲੱਗਿਆ ਕਿ ਕਾਲਜ ਵਾਲੇ ਸਾਰੇ ਸਟੂਡੈਂਟ ਦਿੱਲੀ ਘੁੰਮਣ ਜਾ ਰਹੇ ਹਨ। ਸਹੇਲੀਆਂ ਦੇ ਕਹਿਣ 'ਤੇ ਮੈਂ ਵੀ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਈ। 3 ਦਿਨ ਬਾਅਦ ਅਸੀਂ ਸਭ ਦਿੱਲੀ ਦੇ ਟੂਰ 'ਤੇ ਨਿਕਲ ਗਏ ਸੀ। ਜਦੋਂ ਅਸੀਂ ਦਿੱਲੀ ਪਹੁੰਚੇ ਤਾਂ ਰਸਤੇ ਵਿੱਚ ਉਹੀ ਬਾਜ਼ਾਰ ਆਇਆ ਤਾਂ ਮੈਂ ਸਭ ਨੂੰ ਦੱਸਿਆ ਕਿ ਇੱਥੇ ਇੱਕ ਮਸ਼ਹੂਰ ਛੋਲੇ ਭਟੂਰੇ ਵਾਲਾ ਹੈ, ਚਲੋ ਉੱਥੇ ਜਾ ਕੇ ਛੋਲੇ ਭਟੂਰੇ ਖਾਂਦੇ ਹਾਂ। ਅਸੀਂ ਸਭ ਉਸ ਦੁਕਾਨ 'ਤੇ ਪਹੁੰਚ ਗਏ। ਉਹ ਦੁਕਾਨ ਵਾਲਾ ਮੈਨੂੰ ਦੇਖਦੇ ਹੀ ਪਹਿਚਾਨ ਗਿਆ ਅਤੇ ਜਦੋਂ ਉਸਨੇ ਦੇਖਿਆ ਕਿ ਮੈਂ ਆਪਣੀ ਸੱਸ ਨਾਲ ਨਹੀਂ ਬਲਕਿ ਆਪਣੀਆਂ ਸਹੇਲੀਆਂ ਨਾਲ ਆਈ ਹਾਂ ਤਾਂ ਉਸਨੇ ਮੈਨੂੰ ਇੱਕ ਕੋਨੇ ਵਿੱਚ ਬੁਲਾਇਆ। ਮੈਂ ਜਿਵੇਂ ਹੀ ਉਸਦੇ ਕੋਲ ਗਈ ਤਾਂ ਉਹ ਰੋਂਦੇ ਹੋਏ ਅਤੇ ਆਪਣੇ ਹੱਥ ਜੋੜ ਕੇ ਕਹਿਣ ਲੱਗਿਆ, ਬੇਟੀ ਮੈਨੂੰ ਮਾफ़ ਕਰ ਦੇ। ਮੈਂ ਤੇਰੇ ਨਾਲ ਜੋ ਕੁਝ ਵੀ ਕੀਤਾ ਤੇਰੀ ਸੱਸ ਦੇ ਕਹਿਣ 'ਤੇ ਕੀਤਾ। ਮੈਂ ਬਹੁਤ ਮਜਬੂਰ ਸੀ। ਮੈਂ ਬਹੁਤ ਬੁਰਾ ਆਦਮੀ ਹਾਂ, ਪਰ ਮਜਬੂਰੀ ਇਨਸਾਨ ਤੋਂ ਬਹੁਤ ਕੁਝ ਗਲਤ ਕਰਵਾ ਦਿੰਦੀ ਹੈ। ਅਸਲ ਵਿੱਚ ਮੇਰੀ ਬੇਟੀ ਬਹੁਤ ਬਿਮਾਰ ਹੈ ਅਤੇ ਉਹ ਕਈ ਮਹੀਨਿਆਂ ਤੋਂ ਹਸਪਤਾਲ ਵਿੱਚ ਭਰਤੀ ਹੈ। ਮੈਨੂੰ ਬਹੁਤ ਸਾਰੇ ਪੈਸਿਆਂ ਦੀ ਲੋੜ ਸੀ। ਤੇਰੀ ਸੱਸ ਨੇ ਮੈਨੂੰ ਇਸ ਕੰਮ ਦੇ ਬਹੁਤ ਪੈਸੇ ਦਿੱਤੇ ਸਨ, ਇਸ ਲਈ ਮੈਂ ਇਹ ਘਟੀਆ ਹਰਕਤ ਕੀਤੀ ਹੈ। ਮੈਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਵੀ ਕਿਸੇ ਦੀ ਧੀ ਹੈ। ਮੈਂ ਤੇਰੇ ਨਾਲ ਇੰਨਾ ਗਲਤ ਕਿਵੇਂ ਕਰ ਸਕਦਾ ਹਾਂ? ਜਦੋਂ ਕਿ ਮੈਂ ਹੈਰਾਨੀ ਨਾਲ ਉਸ ਛੋਲੇ ਭਟੂਰੇ ਵਾਲੇ ਨੂੰ ਵੇਖ ਰਹੀ ਸੀ ਜੋ ਬਹੁਤ ਰੋ ਰਿਹਾ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਤੁਰੰਤ ਉਸ ਨੂੰ ਕਿਹਾ, ਅੰਕਲ ਸ਼ਾਇਦ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਹੈ, ਤੁਸੀਂ ਮੈਨੂੰ ਕੋਈ ਹੋਰ ਸਮਝ ਰਹੇ ਹੋ। ਮੈਂ ਅਤੇ ਮੇਰੀ ਸੱਸ ਤਾਂ ਹਰ ਹਫ਼ਤੇ ਤੁਹਾਡੇ ਇੱਥੇ ਛੋਲੇ ਭਟੂਰੇ ਖਾਣ ਆਉਂਦੇ ਹਾਂ। ਤਾਂ ਉਹ ਕਹਿਣ ਲੱਗਿਆ, ਧੀਏ ਤੂੰ ਬਹੁਤ ਮਾਸੂਮ ਹੈ, ਤੈਨੂੰ ਨਹੀਂ ਪਤਾ ਤੇਰੀ ਸੱਸ ਕਿਹੋ ਜਿਹੀ ਔਰਤ ਹੈ। ਉਸਨੇ ਮੈਨੂੰ ਬਹੁਤ ਸਾਰੇ ਪੈਸੇ ਦਿੱਤੇ ਅਤੇ ਕਿਹਾ ਕਿ ਮੈਂ ਤੈਨੂੰ ਛੋਲੇ ਭਟੂਰਿਆਂ ਵਿੱਚ ਨਸ਼ੇ ਦੀ ਦਵਾਈ ਮਿਲਾ ਕੇ ਦੇਵਾਂ। ਇਸ ਲਈ ਪੈਸਿਆਂ ਦੇ ਲਾਲਚ ਵਿੱਚ ਆ ਕੇ ਮੈਂ ਹਰ ਹਫ਼ਤੇ ਤੈਨੂੰ ਛੋਲੇ ਭਟੂਰਿਆਂ ਵਿੱਚ ਨਸ਼ੇ ਦੀ ਦਵਾਈ ਮਿਲਾ ਕੇ ਖਵਾਉਂਦਾ ਸੀ। ਮੈਂ ਆਪਣੀ ਬੇਟੀ ਦੇ ਇਲਾਜ ਨੂੰ ਲੈ ਕੇ ਖੁਦਗਰਜ਼ ਹੋ ਚੁੱਕਿਆ ਸੀ।
ਪਰ ਸੱਚ ਤਾਂ ਇਹ ਹੈ ਕਿ ਜਦੋਂ ਦਾ ਮੈਂ ਤੇਰੇ ਨਾਲ ਇਹ ਸਭ ਕੁਝ ਸ਼ੁਰੂ ਕੀਤਾ ਹੈ ਤਾਂ ਮੇਰੀ ਬੇਟੀ ਦੀ ਤਬੀਅਤ ਹੋਰ ਜ਼ਿਆਦਾ ਖਰਾਬ ਹੋ ਗਈ ਹੈ ਅਤੇ ਫਿਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਪਾਪ ਦੇ ਪੈਸਿਆਂ ਨਾਲ ਆਪਣੀ ਬੇਟੀ ਦਾ ਇਲਾਜ ਨਹੀਂ ਕਰਵਾ ਸਕਦਾ ਹਾਂ। ਮੈਂ ਇਹ ਗੱਲ ਤੈਨੂੰ ਦੱਸਣਾ ਚਾਹੁੰਦਾ ਸੀ, ਪਰ ਤੇਰੇ ਨਾਲ ਬਹੁਤ ਚਲਾਕ ਔਰਤ ਹੁੰਦੀ ਹੈ ਅਤੇ ਉਹ ਮੈਨੂੰ ਕਦੇ ਵੀ ਤੇਰੇ ਨਾਲ ਗੱਲ ਨਹੀਂ ਕਰਨ ਦਿੰਦੀ ਸੀ। ਛੋਲੇ ਭਟੂਰੇ ਵਾਲੇ ਦੀ ਗੱਲ ਸੁਣ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਮੈਂ ਕਿਹਾ, ਅੰਕਲ, ਪਰ ਮੇਰੀ ਸੱਸ ਨੂੰ ਇਹ ਸਭ ਕੁਝ ਕਰਨ ਦੀ ਕੀ ਜ਼ਰੂਰਤ ਹੈ? ਲੱਗਦਾ ਹੈ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ। ਉਹ ਰੋਂਦਾ ਹੋਇਆ ਕਹਿਣ ਲੱਗਿਆ, ਬੇਟੀ, ਮੈਂ ਤਾਂ ਆਪਣੇ ਪਾਪਾ ਦੀ ਮੁਆਫੀ ਮੰਗ ਰਿਹਾ ਹਾਂ, ਕਿਉਂਕਿ ਮੈਨੂੰ ਪਤਾ ਹੈ ਮੈਂ ਜੋ ਕੁਝ ਵੀ ਕੀਤਾ ਹੈ ਉਹ ਬਹੁਤ ਗਲਤ ਹੈ। ਇਸ ਲਈ ਮੇਰੀ ਆਤਮਾ ਨੂੰ ਆਰਾਮ ਨਹੀਂ ਮਿਲਦਾ। ਤੇਰੀ ਸੱਸ ਨੇ ਪੈਸਿਆਂ ਦਾ ਲਾਲਚ ਦੇ ਕੇ ਮੇਰੇ ਤੋਂ ਉਹ ਕੰਮ ਕਰਵਾਇਆ ਜੋ ਸ਼ਾਇਦ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਪੁੱਛਦੀ, ਮੇਰੀਆਂ ਸਹੇਲੀਆਂ ਅਤੇ ਟੀਚਰ ਉੱਥੇ ਪਹੁੰਚ ਗਏ ਅਤੇ ਕਹਿਣ ਲੱਗੇ ਕਿ ਕੀ ਗੱਲ ਹੈ। ਤਾਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਇਹ ਛੋਲੇ ਭਟੂਰੇ ਵਾਲਾ ਮੇਰੀ ਸੱਸ 'ਤੇ ਇਲਜ਼ਾਮ ਲਗਾ ਰਿਹਾ ਹੈ। ਭਲਾ ਮੇਰੀ ਸੱਸ ਕਿਉਂ ਮੈਨੂੰ ਨਸ਼ੇ ਦੀ ਦਵਾਈ ਦੇਣਾ ਚਾਹੇਗੀ? ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ। ਤਾਂ ਮੇਰੀ ਟੀਚਰ ਕਹਿਣ ਲੱਗੀ, ਤੇਰੀ ਸੱਸ ਕਿਹੋ ਜਿਹੀ ਔਰਤ ਹੈ ਇਹ ਤਾਂ ਤੈਨੂੰ ਹੀ ਪਤਾ ਹੋਵੇਗਾ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦੀ ਹਾਂ ਕਿ ਇਹ ਗਰੀਬ ਆਦਮੀ ਝੂਠ ਨਹੀਂ ਕਹਿ ਰਿਹਾ। ਜ਼ਰੂਰ ਕੋਈ ਨਾ ਕੋਈ ਅਜਿਹੀ ਗੱਲ ਹੈ ਜੋ ਤੈਨੂੰ ਪਤਾ ਨਹੀਂ ਹੈ। ਆਪਣੇ ਟੀਚਰ ਦੀ ਗੱਲ ਸੁਣ ਕੇ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ। ਮੈਂ ਵਾਪਸ ਘਰ ਆ ਗਈ। ਮੇਰੀ ਮੰਮੀ ਰੱਬ ਅੱਗੇ ਖੜੀ ਹੰਝੂ ਵਹਾ ਰਹੀ ਸੀ ਅਤੇ ਮਾफ़ੀ ਮੰਗ ਰਹੀ ਸੀ। ਉਹ ਅੱਜ ਵੀ ਮੇਰੀ ਸੱਸ ਨੂੰ ਬੁਰਾ ਭਲਾ ਕਹਿ ਰਹੀ ਸੀ। ਮੈਂ ਤੁਰੰਤ ਮੰਮੀ ਦੇ ਕੋਲ ਬੈਠ ਗਈ ਅਤੇ ਕਹਿਣ ਲੱਗੀ, ਮੰਮੀ, ਅੱਜ ਮੈਨੂੰ ਸਾਰਾ ਸੱਚ ਦੱਸੋ। ਆਖਿਰ ਤੁਸੀਂ ਇਹ ਕਿਸ ਤਰ੍ਹਾਂ ਦੀਆਂ ਦੁਆਵਾਂ ਕਰਦੇ ਰਹਿੰਦੇ ਹੋ? ਜੇਕਰ ਤੁਸੀਂ ਮੈਨੂੰ ਸੱਚ ਨਾ ਦੱਸਿਆ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ। ਮੇਰੀ ਗੱਲ ਸੁਣ ਕੇ ਮੇਰੀ ਮੰਮੀ ਦੇ ਹੋਸ਼ ਉੱਡ ਗਏ ਅਤੇ ਉਹ ਕਹਿਣ ਲੱਗੀ, ਧੀਏ, ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਮੈਂ ਰੋਂਦੇ ਹੋਏ ਮੰਮੀ ਨੂੰ ਸਾਰੀ ਗੱਲ ਦੱਸੀ ਤਾਂ ਮੰਮੀ ਕਹਿਣ ਲੱਗੀ, ਮੈਂ ਸਾਰੀ ਜ਼ਿੰਦਗੀ ਤੈਨੂੰ ਅਤੇ ਤੇਰੀਆਂ ਭੈਣਾਂ ਨੂੰ ਮਿਹਨਤ ਨਾਲ ਕਮਾ ਕੇ ਖਿਲਾਇਆ ਹੈ ਅਤੇ ਵੱਡਾ ਕੀਤਾ ਹੈ, ਪਰ ਵੱਧਦੀ ਉਮਰ ਦੇ ਨਾਲ ਮੇਰੇ ਵਿੱਚ ਕੰਮ ਕਰਨ ਦੀ ਤਾਕਤ ਨਹੀਂ ਰਹੀ। ਤਾਂ ਮੇਰੀ ਮਾਲਕਣ ਨੇ ਕਿਹਾ ਕਿ ਮੈਂ ਹਫ਼ਤੇ ਵਿੱਚ 1 ਦਿਨ ਲਈ ਤੈਨੂੰ ਦਿੱਲੀ ਭੇਜਿਆ ਕਰਾਂ, ਤਾਂ ਬਦਲੇ ਵਿੱਚ ਮੈਨੂੰ ਬਹੁਤ ਪੈਸੇ ਮਿਲਣਗੇ, ਇੰਨੇ ਕਿ ਮੇਰੇ ਘਰ ਦਾ ਸਾਰਾ ਖਰਚਾ ਹੋ ਜਾਵੇਗਾ। ਮਾਲਕਣ ਦੀ ਗੱਲ ਸੁਣ ਕੇ ਮੈਂ ਲਾਲਚ ਵਿੱਚ ਆ ਗਈ, ਪਰ ਮੈਨੂੰ ਨਹੀਂ ਪਤਾ ਸੀ ਕਿ ਤੈਨੂੰ ਦਿੱਲੀ ਭੇਜਣ ਲਈ ਤੇਰੇ ਰਿਸ਼ਤੇ ਦਾ ਡਰਾਮਾ ਕਰਨਾ ਪਵੇਗਾ। ਤੇਰਾ ਕਿਸੇ ਅਸਲਮ ਨਾਲ ਕੋਈ ਰਿਸ਼ਤਾ ਨਹੀਂ ਹੋਇਆ, ਬਲਕਿ ਜੋ ਫੋਟੋ ਤੈਨੂੰ ਦਿਖਾਈ ਗਈ ਸੀ ਉਹ ਪਤਾ ਨਹੀਂ ਕਿਸ ਦੀ ਹੈ। ਤੇਰਾ ਤੇਰੀ ਸੱਸ ਨਾਲ ਕੋਈ ਰਿਸ਼ਤਾ ਨਹੀਂ ਹੈ। ਅਸਲ ਵਿੱਚ ਤੇਰੀ ਸੱਸ ਖੂਬਸੂਰਤ ਅਤੇ ਜਵਾਨ ਕੁੜੀਆਂ ਤੋਂ ਗਲਤ ਕੰਮ ਕਰਵਾਉਂਦੀ ਹੈ। ਜਿਸ ਬੰਗਲੇ ਵਿੱਚ ਮੈਂ ਕੰਮ ਕਰਦੀ ਸੀ ਉਹ ਤੇਰੀ ਸੱਸ ਦੀ ਸਹੇਲੀ ਹੈ। ਉਸਨੇ ਤੈਨੂੰ ਦੇਖਿਆ ਸੀ, ਇਸ ਲਈ ਉਸਨੇ ਰਿਸ਼ਤੇ ਦੇ ਨਾਂ 'ਤੇ ਉਸ ਨੂੰ ਸਾਡੇ ਘਰ ਭੇਜ ਦਿੱਤਾ। ਤੇਰੀ ਖੂਬਸੂਰਤੀ ਦੇਖ ਕੇ ਉਹ ਔਰਤ ਮੂੰਹ ਮੰਗੇ ਪੈਸੇ ਦੇਣ ਲਈ ਤਿਆਰ ਹੋ ਗਈ। ਮੈਂ ਸੋਚਿਆ ਕਿ ਤੈਨੂੰ ਕੁਰਬਾਨ ਕਰਕੇ ਤੇਰੀਆਂ ਬਾਕੀ ਭੈਣਾਂ ਦਾ ਭਵਿੱਖ ਠੀਕ ਹੋ ਜਾਵੇਗਾ, ਪਰ ਜਦੋਂ ਤੂੰ ਹਰ ਹਫ਼ਤੇ ਪੈਸੇ ਲੈ ਕੇ ਆਉਂਦੀ ਹੈ ਤਾਂ ਮੇਰਾ ਦਿਲ ਜਲਦਾ ਹੈ। ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਆਪਣੀ ਧੀ ਨਾਲ ਕਿੰਨਾ ਗਲਤ ਕੀਤਾ ਹੈ। ਇੱਕ ਦਿਨ ਮੈਂ ਆਪਣੀ ਮਾਲਕਣ ਨੂੰ ਇਹ ਸਭ ਕੁਝ ਖਤਮ ਕਰਨ ਲਈ ਕਿਹਾ ਤਾਂ ਉਹ ਕਹਿਣ ਲੱਗੀ, ਹੁਣ ਕੁਝ ਨਹੀਂ ਹੋ ਸਕਦਾ। ਜ਼ਿਆਦਾ ਹੁਸ਼ਿਆਰੀ ਕੀਤੀ ਤਾਂ ਮੈਂ ਸਾਰੀ ਹਕੀਕਤ ਤੇਰੀ ਧੀ ਨੂੰ ਦੱਸ ਦੇਵਾਂਗੀ ਕਿ ਤੇਰੀ ਮਾਂ ਨੇ ਖੁਦ ਤੈਨੂੰ ਵੇਚਿਆ ਹੈ। ਇਸ ਲਈ ਮੈਂ ਹਰ ਵੇਲੇ ਉਸ ਔਰਤ ਨੂੰ ਬਦਦੁਆਵਾਂ ਦਿੰਦੀ ਰਹਿੰਦੀ ਸੀ। ਮੈਨੂੰ ਡਰ ਸੀ ਕਿ ਜਿਸ ਦਿਨ ਤੈਨੂੰ ਸੱਚ ਪਤਾ ਚੱਲੇਗਾ ਤੂੰ ਮੇਰੇ ਨਾਲ ਨਫ਼ਰਤ ਕਰਨ ਲੱਗੇਂਗੀ। ਇਸ ਲਈ ਮੈਂ ਰੱਬ ਤੋਂ ਦੁਆ ਮੰਗਦੀ ਸੀ ਕਿ ਤੈਨੂੰ ਕਦੇ ਵੀ ਸੱਚ ਪਤਾ ਨਾ ਲੱਗੇ। ਉਹ ਔਰਤ ਜੋ ਤੇਰੀ ਸੱਸ ਬਣੀ ਬੈਠੀ ਹੈ ਅਤੇ ਤੈਨੂੰ ਦਿੱਲੀ ਲੈ ਜਾਂਦੀ ਹੈ, ਪਹਿਲਾਂ ਸ਼ਾਪਿੰਗ ਕਰਵਾਉਂਦੀ ਹੈ ਅਤੇ ਫਿਰ ਛੋਲੇ ਭਟੂਰੇ ਵਾਲੇ ਤੋਂ ਨਸ਼ੇ ਦੀ ਦਵਾਈ ਮਿਲਾ ਕੇ ਤੈਨੂੰ ਖਿਲਾ ਦਿੰਦੀ ਹੈ। ਗੱਡੀ ਵਿੱਚ ਬੈਠ ਕੇ ਤੈਨੂੰ ਗੂੜੀ ਨੀਂਦ ਆ ਜਾਂਦੀ ਹੈ। ਫਿਰ ਉਹ ਤੈਨੂੰ ਇੱਕ ਹੋਟਲ ਵਿੱਚ ਲਿਜਾ ਕੇ ਕੁਝ ਘੰਟਿਆਂ ਲਈ ਤੇਰਾ ਸੌਦਾ ਕਰ ਦਿੰਦੀ ਹੈ। ਤੂੰ ਇੰਨੀ ਸੋਹਣੀ ਹੈ ਕਿ ਬੇਹੋਸ਼ੀ ਦੀ ਹਾਲਤ ਵਿੱਚ ਵੀ ਲੋਕ ਤੈਨੂੰ ਖਰੀਦ ਲੈਂਦੇ ਹਨ। ਅੱਜ ਤੱਕ ਜੋ ਕੁਝ ਵੀ ਹੋਇਆ ਉਸ ਵਿੱਚ ਤੇਰੀ ਮਾਂ ਵੀ ਇੰਨੀ ਹੀ ਕਸੂਰਵਾਰ ਹੈ ਜਿੰਨੀ ਕਿ ਉਹ ਔਰਤ। ਛੋਲੇ ਭਟੂਰੇ ਵਾਲੇ ਨੇ ਤਾਂ ਜੋ ਕੁਝ ਵੀ ਕੀਤਾ ਉਹ ਆਪਣੀ ਮਜਬੂਰੀ ਵਿੱਚ ਕੀਤਾ, ਪਰ ਮੈਂ ਇਹ ਸੋਚ ਕੇ ਤੇਰੀ ਇੱਜ਼ਤ ਦਾਅ 'ਤੇ ਲਗਾ ਦਿੱਤੀ ਕਿ ਇਸ ਤਰ੍ਹਾਂ ਸਾਡੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਅਤੇ ਤੇਰੀਆਂ ਭੈਣਾਂ ਦਾ ਭਵਿੱਖ ਵੀ ਸੁਧਰ ਜਾਵੇਗਾ। ਆਪਣੀਆਂ ਬਾਕੀ 3 ਧੀਆਂ ਦੀ ਖੁਸ਼ੀਆਂ ਦੀ ਖਾਤਰ ਮੈਂ ਤੇਰੀਆਂ ਖੁਸ਼ੀਆਂ ਅਤੇ ਤੇਰੀ ਜਵਾਨੀ ਕੁਰਬਾਨ ਕਰ ਦਿੱਤੀ। ਮੰਮੀ ਤੋਂ ਸੱਚ ਸੁਣ ਕੇ ਮੇਰੇ ਉੱਪਰ ਜਿਵੇਂ ਕੋਈ ਪਹਾੜ ਹੀ ਟੁੱਟ ਗਿਆ ਸੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਮੰਮੀ ਮੇਰੇ ਨਾਲ ਇੰਨਾ ਵੱਡਾ
ਧੋਖਾ ਕਰ ਸਕਦੀ ਹੈ। ਮੈਨੂੰ ਆਪਣੇ ਖਾਨਦਾਨ ਦੀਆਂ ਕੁੜੀਆਂ ਦੀ ਉਹੀ ਗੱਲ ਯਾਦ ਆਈ ਕਿ ਇਹ ਸਭ ਕੁਝ 4 ਦਿਨ ਦੀ ਚਾਂਦਨੀ ਹੈ ਅਤੇ ਫਿਰ ਹਨੇਰੀ ਰਾਤ। ਮੈਂ 4 ਦਿਨ ਦੀ ਚਾਂਦਨੀ ਦੇਖ ਚੁੱਕੀ ਸੀ ਅਤੇ ਹੁਣ ਸਭ ਕੁਝ ਹਨੇਰੀ ਰਾਤ ਵਰਗਾ ਸੀ। ਮੈਂ ਮੰਮੀ ਦੇ ਅੱਗੇ ਹੱਥ ਜੋੜ ਦਿੱਤੇ ਅਤੇ ਕਿਹਾ, ਮੈਨੂੰ ਪੈਸਿਆਂ ਅਤੇ ਗਹਿਣਿਆਂ ਦੀ ਹਵਸ ਨਹੀਂ ਹੈ। ਮੈਨੂੰ ਬਸ ਇਸ ਦਲਦਲ ਵਿੱਚੋਂ ਬਾਹਰ ਕੱਢ ਦੇਵੇ। ਮੈਂ ਇਸ ਤਰ੍ਹਾਂ ਆਪਣੇ ਆਪ ਨੂੰ ਕਿਸੇ ਦੇ ਹਵਾਲੇ ਨਹੀਂ ਕਰ ਸਕਦੀ। ਮੈਂ ਇਸ ਤਰ੍ਹਾਂ ਆਪਣੀ ਦੁਨੀਆ ਬਰਬਾਦ ਨਹੀਂ ਕਰ ਸਕਦੀ। ਮੈਂ ਜੋ ਸੁਪਨੇ ਅਸਲਮ ਲਈ ਦੇਖੇ ਸਨ ਉਹ ਸਭ ਟੁੱਟ ਚੁੱਕੇ ਸਨ। ਮੰਮੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਅੱਜ ਤੋਂ ਬਾਅਦ ਮੈਨੂੰ ਉਸ ਔਰਤ ਨਾਲ ਨਹੀਂ ਭੇਜੇਗੀ ਅਤੇ ਨਾ ਹੀ ਹੁਣ ਉਸ ਨਾਲ ਮੇਰਾ ਕੋਈ ਰਿਸ਼ਤਾ ਹੋਵੇਗਾ। ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਮੇਰਾ ਰਿਸ਼ਤਾ ਟੁੱਟਣ ਦੀ ਖਬਰ ਦੱਸ ਦਿੱਤੀ ਗਈ ਸੀ। ਜੋ ਕੋਈ ਵੀ ਆਉਂਦਾ ਉਹ ਮੇਰਾ ਮਜ਼ਾਕ ਉਡਾ ਕੇ ਚਲਾ ਜਾਂਦਾ ਸੀ। ਮੇਰਾ ਘਰ, ਮੇਰਾ ਘੁਮੰਡ ਸਭ ਟੁੱਟ ਚੁੱਕਿਆ ਸੀ। ਉਹ ਔਰਤ ਜੋ ਮੇਰੀ ਸੱਸ ਬਣੀ ਹੋਈ ਸੀ, ਮੇਰੀ ਮੰਮੀ ਦੇ ਮਨਾ ਕਰਨ ਦੇ ਬਾਵਜੂਦ ਵੀ ਉਸਨੇ ਮੇਰੀ ਮੰਮੀ ਨਾਲ ਬਹੁਤ ਝਗੜਾ ਕੀਤਾ ਅਤੇ ਗੁੱਸੇ ਵਿੱਚ ਸਾਡੇ ਘਰ ਤੋਂ ਨਿਕਲ ਗਈ। 3 ਦਿਨ ਬਾਅਦ ਸਾਨੂੰ ਪਤਾ ਲੱਗਿਆ ਕਿ ਉਸ ਔਰਤ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਰੱਬ ਨੇ ਉਸਨੂੰ ਉਸਦੇ ਕਰਮਾਂ ਦੀ ਸਜ਼ਾ ਦੇ ਦਿੱਤੀ ਸੀ। ਮੇਰੀ ਮੰਮੀ ਸਾਨੂੰ ਲੈ ਕੇ ਦੂਜੇ ਸ਼ਹਿਰ ਵਿੱਚ ਆ ਗਈ। ਅੱਜ ਇਸ ਗੱਲ ਨੂੰ ਕਈ ਸਾਲ ਗੁਜ਼ਰ ਚੁੱਕੇ ਹਨ। ਸਾਡਾ ਸਾਰੀਆਂ ਭੈਣਾਂ ਦਾ ਵਿਆਹ ਹੋ ਗਿਆ ਹੈ ਤੇ ਮੰਮੀ ਵੀ ਇਸ ਦੁਨੀਆ ਵਿੱਚ ਨਹੀਂ ਹੈ। ਮੈਂ ਵੀ ਆਪਣੇ ਪਤੀ ਨਾਲ ਖੁਸ਼ ਹਾਂ। ਮੇਰੇ ਪਤੀ ਨੂੰ ਮੇਰੀ ਪਿਛਲੀ ਜ਼ਿੰਦਗੀ ਦੇ ਬਾਰੇ ਵਿੱਚ ਕੁਝ ਪਤਾ ਨਹੀਂ ਹੈ, ਪਰ ਜਦੋਂ ਮੈਂ ਆਪਣੇ ਬੀਤੇ ਸਮੇਂ ਨੂੰ ਯਾਦ ਕਰਦੀ ਹਾਂ ਤਾਂ ਮੇਰਾ ਦਿਲ ਕੰਬ ਜਾਂਦਾ ਹੈ। ਉਸ ਦਿਨ ਜੇਕਰ ਉਹ ਛੋਲੇ ਭਟੂਰੇ ਵਾਲਾ ਮੈਨੂੰ ਸੱਚਾਈ ਨਾ ਦੱਸਦਾ ਤਾਂ ਸ਼ਾਇਦ ਮੇਰੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰ ਜਾਣੀ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।